इस वेले तुहाडा की मूड है, क्योंकि बड़े लंबे समय तो तुसीं वर्किंग करदे हो कांग्रेस पार्टी दे नाल, की हालात तुसीं देखे ने धार ब्लाक दे और इस वेले तुहाडे मन च की चल रहा है जे असीं राजनीति की गल करिए? देखो राजनीति मैं बिल्कुल इलेक्शन लड़ांगा जी, क्योंकि 28 साल मैंने कांग्रेस पार्टी च हो गए ने। ਜਦੋਂ ਇਲੈਕਸ਼ਨ ਹੁੰਦੇ ਨੇ, ਕੋਈ ਵੀ ਕਿਸੇ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਨੇ, ਉਹ ਨਵੇਂ ਲੀਡਰ ਬੜੇ ਆ ਜਾਂਦੇ ਆ ਔਰ ਕਹਿੰਦੇ ਕਿ ਅਸੀਂ ਪਾਰਟੀ ਦੇ ਨਾਲ ਆ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਆਖਿਰ ਨੂੰ ਹਾਲ ਬਦਲ ਦਾਂਗੇ। ਤੁਹਾਡਾ ਕੀ ਕਹਿਣਾ ਇਸ ਬਾਰੇ? ਤੁਹਾਡਾ ਕੀ ਕਹਿਣਾ ਕਿ ਇਲੈਕਸ਼ਨਾਂ ਨੂੰ ਕਿਉਂ ਜਾਗਦੇ ਨੇ? ਕਈ ਆਂਦੇ ਇੱਥੇ ਕਈ ਲੋਕਾਂ ਨੂੰ ਸਾਰਿਆਂ ਨੂੰ ਚੇਅਰਮੈਨ ਮਿਲ ਗਈਆਂ, ਕੋਈ ਨੂੰ ਕੁਝ ਉਹਦੇ ਦੇ ਦਿੱਤੇ ਪਾਰਟੀ ਦੇ ਦਿੱਤੇ। ਉਹਨਾਂ ਦਾ ਮੈਨੂੰ ਲੱਗਦਾ ਨੇ ਤੁਕ ਨਹੀਂ ਬੰਦਾ, ਜਿਹੜੇ ਬੰਦਿਆਂ ਨੂੰ ਕੁਝ ਅਜੇ ਤੱਕ ਨਹੀਂ ਮਿਲਿਆ ਉਹਨਾਂ ਨੂੰ ਪਾਰਟੀ ਅੱਗੇ ਕਰਨ ਤੇ ਪਾਰਟੀ ਦੀ ਸੇਵਾ ਕਰਨ। ਕੋਈ ਕਿੱਡਾ ਵੱਡਾ ਸਾਡਾ ਸੁਜਾਨਪੁਰ ਹੈ, ਜਿੱਤਣ ਲਈ ਕੋਈ ਬੜੀ ਵੱਡੀ ਗੱਲ ਨਹੀਂ। ਉਹ ਕਾਂਗਰਸ ਪਾਰਟੀ ਦਾ ਵੋਟ ਬੈਂਕ ਵੀ ਜ਼ਿਆਦਾ ਹੈ ਔਰ ਕਾਂਗਰਸ ਪਾਰਟੀ ਨਾਲ ਲੋਕੀ ਪਿਆਰ ਵੀ ਕਰਦੇ। ਬੀਜੇਪੀ ਦਾ ਤੇ ਇੱਥੇ ਹੁੰਦਾ ਕੁਝ ਨਹੀਂ। ਜਦੋਂ मैं ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ 16 ਦੇ ਵਿੱਚ ਮੇਰੇ ਘਰ ਦੇ ਬੀਜੇਪੀ ਸਰਕਾਰ ਸੀਗੀ। ਸਵੇਰੇ 6:30 ਵਜੇ 8 ਪੁਲਿਸ ਵਾਲੇ, ਮੈਂ ਕੋਈ ਪਤਾ ਨਹੀਂ ਇਲਾਕੇ ਦਾ ਕਿੱਡਾ ਗੁੰਡਾ ਹੁੰਦਾ ਜਾਂ ਮੈਂ ਕੀ ਹੈ, ਮੇਰਾ ਪੂਰਾ ਘੇਰਾ ਪਾ ਕੇ ਤੇ ਉਹਦੇ ਬੀਜੇਪੀ ਸਰਕਾਰ ਸੀ। ਉਹ ਕਹਿੰਦੇ ਵੀ ਪਰਚਾ ਕਰਨਾ ਹੀ ਕਰਨਾ, ਮਤਲਬ ਲੇਡੀ ਦੀ ਗਲਤ ਮੇਰੇ ਤੇ ਉਹ ਲਾ ਕੇ ਦੋਸ਼ ਲਾ ਕੇ। ਮੈਂ ਚਾਹਨਾ ਵੀ ਹਾਈ ਕਮਾਂਡ ਸਾਰਿਆਂ ਦਾ ਬਾਇਓਡਾਟਾ ਲੈ ਵੀ ਯਾਰ ਕੰਮ ਇਲਾਕੇ ਦੇ ਵਿੱਚ ਕਿਹੜਾ ਬੰਦਾ ਕਰ ਰਿਹਾ, ਉਹ ਕਿੰਨੀ ਦੇਰ ਤੋਂ ਕਰ ਰਿਹਾ, ਤੋਂ ਕਿੰਨਾ ਪਾਰਟੀਆਂ ਨਾਲ ਕਰ ਰਿਹਾ, ਪ੍ਰੋਗਰੈਸ ਕੀ ਰਹੀ ਹੈ। ਪਹਿਲੇ ਉਹ ਦੇਖੋ ਵੀ ਕਦੀ ਮੈਂਬਰਾਂ ਦੇ ਚੁਣਾਵ ਵੀ ਜਿੱਤੇ ਨੇ, ਕਦੀ ਸਰਪੰਚਾਂ ਦੇ ਵੀ ਜਿੱਤੇ, ਕਦੀ ਸਮਿਤੀਆਂ ਦੇ ਵੀ ਜਿੱਤੇ, ਕਦੀ ਜ਼ਿਲ੍ਹਿਆਂ ਦੇ ਵੀ ਜਿੱਤੇ। ਉਹ ਸਿੱਧਾ ਜਿਹੜਾ 6 ਮਹੀਨੇ ਤੋਂ ਜੁਆਇਨ ਕਰਦਾ ਕਾਂਗਰਸ ਪਾਰਟੀ, ਪਰਸੋਂ ਟਿਕਟ ਮੰਗਣਾ ਸ਼ੁਰੂ। ਅਸੀਂ ਸਾਰੀ ਉਮਰ ਕੁਰਸੀਆਂ ਚੁੱਕਣ ਤੇ ਬੋਰੀਆਂ ਚੁੱਕਣ ਨੂੰ ਰੱਖੇ। ਅਸੀਂ ਕੀ ਕਰਦੇ ਆ, ਕੱਲ ਦੂਜੀ ਪਾਰਟੀਆਂ ਲੋਕ ਆਉਂਦੇ, ਉਹਨੂੰ ਆਉਂਦੇ ਟਿਕਟ ਦੇ ਦਿੰਦੇ ਆ, ਨਾ ਉਹਨੂੰ ਲੋਕੀ ਜਾਣਦੇ, ਨਾ ਉਹਨੂੰ ਕੰਮ ਦਾ ਪਤਾ, ਨਾ ਕੋਈ ਤਜਰਬਾ ਹੁੰਦਾ। ਇਸ ਕਰਕੇ ਉਹਦਾ ਫਾਇਦਾ ਜਿਹੜਾ ਬੀਜੇਪੀ ਜਿਹੜੀ ਚੁੱਕ ਰਹੀ ਹੈ। ਧਾਰ ਬਲਾਕ ਨੂੰ ਜਿਹੜਾ ਨਾ ਅੱਜ ਤੱਕ ਕੋਈ ਵੀ ਨੁਮਾਇੰਦਗੀ ਨਹੀਂ ਦਿੱਤੀ ਗਈ, ਕਿਉਂਕਿ ਜੇਕਰ ਤੁਸੀਂ ਚੇਅਰਮੈਨਾਂ ਦੀ ਗੱਲ ਲੈ ਲਓ, ਚਾਹੇ ਪੀਪੀਸੀ ਦੇ ਮੈਂਬਰਾਂ ਦੀ ਗੱਲ ਲੈ ਲਓ, ਤੇ 55,000 ਵੋਟ ਹੈ, ਕਿਉਂ ਇਹਨਾਂ ਨੂੰ ਕੋਈ ਨੁਮਾਇੰਦਾ ਨਹੀਂ ਚਾਹੀਦਾ? ਔਰ ਧਾਰ ਬਲਾਕ ਦੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ। ਇਹ ਜਗਿਆਲ ਤੋਂ ਅੱਗੇ ਕਿਤੇ ਟੱਪਦੇ ਨਹੀਂ, ਸੁਜਾਨਪੁਰ ਤੋਂ ਅੱਗੇ, ਮਨਵਾਲ ਤੋਂ ਅੱਗੇ, ਯਾਰ ਅੱਗੇ ਵੀ ਕੋਈ ਪਬਲਿਕ ਵਸਦੀ ਹੈ। ਸੜਕਾਂ ਬਾਰੇ ਕੀ ਕਹਿਣਾ ਤੁਹਾਡਾ? ਸੜਕਾਂ ਦੇ 17 ਸਾਲ ਤੋਂ ਜਿਹੜੇ ਸਾਡੇ ਬੱਬੂ ਜੀ ਇੱਥੇ ਵਿਧਾਇਕ ਸੀਗੇ, ਇਹ ਜਵਾਬ ਵੈਸੇ ਉਹਨਾਂ ਦਾ ਬੰਦਾ ਅੱਜ ਦੀ ਡੇਟ 'ਚ ਵੀ ਉਹੀ ਜਿਹੜੇ ਇੱਥੇ ਨੁਮਾਇੰਦਗੀ ਕਰ ਰਹੇ ਨੇ, ਕਿਉਂਕਿ ਉਸ ਬੰਦੇ ਨੇ ਕੋਈ ਧਿਆਨ ਨਹੀਂ ਦਿੱਤਾ ਨਾ ਸੜਕਾਂ ਪਾਸੇ, ਨਾ ਆਪਣੇ ਬੇਰੁਜ਼ਗਾਰੀ ਪਾਸੇ ਦਿੱਤਾ। ਉਹਨਾਂ ਦਾ ਇਹ ਕਹਿਣਾ ਕਿ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਇਆ, ਉਹਨਾਂ ਦਾ ਕਹਿਣਾ ਮੈਂ ਲੀਚੀ ਜ਼ੋਨ ਬਣਾਇਆ, ਉਹਨਾਂ ਦਾ ਕਹਿਣਾ ਮੈਂ ਨਿਆੜੀ ਕਾਲਜ ਦਿੱਤਾ, ਜੋ ਕਿ ਰਾਜਨੀਤੀ ਬੜੀ ਗਰਮ ਰਹੀ ਉਸ ਮੁੱਦੇ ਨੂੰ ਲੈ ਕੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਇੱਕ ਤੁਸੀਂ ਲੀਚੀ ਜ਼ੋਨ ਦੇ ਬਾਰੇ ਪੁੱਛੀ, ਡਿਵੈਲਪਮੈਂਟ ਬੜੀ ਕੀਤੀ, ਇੱਕ ਨਿਆੜੀ ਕਾਲਜ ਦੀ ਕੀਤੀ। ਯਾਰ ਛੋਟੇ ਛੋਟੇ ਕੰਮ ਹੈ। ਲੀਚੀ ਜ਼ੋਨ ਸਾਰੇ ਲੋਕਾਂ ਥੋੜੀ ਲਗਾਇਆ, ਲੀਚੀ ਜ਼ੋਨ ਦਾ ਲਾਇਆ ਚੰਦ ਬੰਦਿਆਂ ਜਿਹੜੇ ਤਕੜੇ ਲੋਕ ਹੈ, ਜਿਹਨਾਂ ਦੀ ਪੈਲੀ। ਤੂੰ ਮਿਨਿਸਟਰ ਰਿਹਾ, ਤੂੰ ਐਡਾ ਵੱਡਾ ਡਿਪਟੀ ਸਪੀਕਰ ਰਿਹਾ, 3 ਲੱਖ ਤੇਰੇ ਵਾਸਤੇ ਇੱਕ ਨਿਆੜੀ ਕਾਲਜ ਦੀ, ਹੋਰ ਕੁਝ ਨਹੀਂ ਹੈਗਾ। ਮੈਂ ਉਹ ਨਿਆੜੀ ਕਾਲਜ ਅੱਜ ਕੰਮ ਲੱਗਿਆ, ਕਾਂਗਰਸ ਪਾਰਟੀ ਦੀ ਦੇਣ ਆ, ਕਾਂਗਰਸ ਪਾਰਟੀ ਨੇ ਹੀ ਪੈਸਾ ਦਿੱਤਾ ਸਰ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਾਖੜ ਜੀ ਔਰ ਪ੍ਰਧਾਨ ਸਿੱਧੂ ਜੀ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਇੰਨੇ ਪੁਰਾਣੇ ਤੁਹਾਡੇ ਵਰਕਰ ਬੈਠੇ ਨੇ, ਮੇਰਾ ਬਚਪਨ ਸੀਗਾ, ਅੱਜ ਮੇਰੀ 52 ਸਾਲ ਉਮਰ ਹੋ ਗਈ ਹੈ, ਤੇ ਮੈਂ ਪਾਰਟੀ ਸੇਵਾ ਕਰਨ, ਸਾਨੂੰ ਅਜੇ ਤੱਕ ਕੋਈ ਅਹੁਦਾ ਨਹੀਂ ਮਿਲੇ। ਜੈ ਹਿੰਦ ਦੋਸਤੋ, ਪੰਜਾਬ ਵਿਧਾਨ ਸਭਾ ਦੀ ਚੋਣਾਂ ਨੂੰ ਕੁਝ ਹੀ ਮਹੀਨੇ ਰਹਿ ਗਏ ਨੇ ਤੇ ਹਰ ਇੱਕ ਰਾਜਨੀਤਿਕ ਦਲ ਦੀ ਉਠਾ-ਪਟਕ ਸ਼ੁਰੂ ਹੋ ਗਈ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਵਿਸ਼ਵਾਸ ਨੂੰ ਵੋਟਾਂ ਦੇ ਵਿੱਚ ਬਦਲਿਆ ਜਾਏ। ਤੇ TNM ਦਾ ਲਗਾਤਾਰ ਸਫ਼ਰ ਜਾਰੀ ਹੈ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ ਨਾਲ ਤੁਹਾਨੂੰ ਰੂਬਰੂ ਕਰਵਾਉਣ ਦਾ। ਇਸੇ ਕੜੀ ਦੇ ਚੱਲਦਿਆਂ ਅੱਜ ਅਸੀਂ ਪਹੁੰਚੇ ਹਾਂ ਧਾਰ ਬਲਾਕ ਦੇ ਕਾਂਗਰਸੀ ਨੇਤਾ ਬਲਕਾਰ ਪਠਾਨੀਆ ਹੋਰ ਕੋਲ, ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਨੇਤਾ ਲੋਕਲ ਹੋਣਾ ਚਾਹੀਦਾ, ਨੇਤਾ ਉਹ ਹੋਣਾ ਚਾਹੀਦਾ ਜਿਸ ਨੂੰ
ਆਪਣੇ ਪਿੰਡਾਂ ਦੇ, ਆਪਣੇ ਸ਼ਹਿਰਾਂ ਦੇ, ਆਪਣੇ ਲੋਕਾਂ ਦੇ ਬਾਰੇ ਜਾਣਕਾਰੀ ਹੋਵੇ। ਇਸ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਬਲਕਾਰ ਸਿੰਘ ਪਠਾਨੀਆ ਨਾਲ ਅੱਜ ਤੁਹਾਨੂੰ ਰੂਬਰੂ ਕਰਵਾਵਾਂਗੇ। ਪਠਾਨੀਆ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ TNN 'ਚ। ਥੈਂਕ ਯੂ। ਪਠਾਨੀਆ ਸਾਹਿਬ, ਬੜਾ ਲੰਬਾ ਸਮਾਂ, ਲੰਬਾ ਤਜਰਬਾ ਤੁਸੀਂ ਰਾਜਨੀਤੀ ਵਿੱਚ ਗੁਜ਼ਾਰਿਆ ਔਰ ਪਿੱਛੇ ਰਹਿ ਕੇ, ਬੈਕ ਸਟੇਜ ਤੇ ਰਹਿ ਕੇ ਤੁਸੀਂ ਹਰ ਇੱਕ ਨੁਮਾਇੰਦੇ ਨੂੰ ਸਪੋਰਟ ਕੀਤੀ ਹੈ, ਕਈ ਇਲੈਕਸ਼ਨ ਜਿਤਵਾਏ ਨੇ, ਖੁਦ ਵੀ ਤੁਸੀਂ ਬੜੇ ਇਲੈਕਸ਼ਨ ਜਿੱਤੇ ਨੇ। ਪਰ ਜੇ ਅੱਜ ਦੀ ਗੱਲ ਕਰੀਏ, ਅੱਜ ਕਾਂਗਰਸ ਪਾਰਟੀ 15 ਸਾਲ BJP ਦਾ ਰਾਜ ਹੋਣ ਦੇ ਬਾਵਜੂਦ ਸਾਡੇ ਸੁਜਾਨਪੁਰ ਹਲਕੇ ਦੇ ਵਿੱਚ ਕਿੱਥੇ ਖੜੀ ਹੈ? ਦੇਖੋ ਜੀ, ਸਭ ਤੋਂ ਪਹਿਲੇ ਮੈਂ TNN ਨੂੰ ਮੈਂ ਵਧਾਈ ਦੇਣਾ ਅੱਜ ਜਿਹੜੇ ਮੇਰੇ ਪਿੰਡ ਆ ਕੇ ਜਿਹੜੀ ਮੇਰੀ ਇੰਟਰਵਿਊ ਲੈ ਰਹੇ ਨੇ। ਔਰ ਮੈਂ 6/11/1993 ਨੂੰ ਜਿਹੜੀ ਕਾਂਗਰਸ ਪਾਰਟੀ ਜੂਰ ਤੋਂ ਜਿਹੜੀ ਮੈਂ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਮੈਂ ਬਹੁਤ ਸਾਰੇ ਲੀਡਰਾਂ ਨਾਲ ਜਿਹੜਾ ਕੰਮ ਕੀਤਾ। ਸਭ ਤੋਂ ਪਹਿਲੇ ਰਘੁਨਾਥ ਸਾਹਿਬ ਪੁਰੀ ਜੀ ਜਿਹੜੇ ਸਾਡੇ ਮਿਨਿਸਟਰ ਰਹੇ ਨੇ, ਬਹੁਤ ਵਧੀਆ ਨੇਤਾ ਸੀਗੇ, ਜਿਹੜੇ ਇਲਾਕੇ ਦੀ ਬਹੁਤ ਸੇਵਾ ਕੀਤੀ। ਉਦੋਂ ਸਾਡਾ ਦੋ ਪਾਸੇ ਹੁੰਦਾ ਸੀ ਕਿ ਜਿਹੜਾ 17 ਪਿੰਡ ਸਾਡੇ ਜਿਹੜਾ ਧਾਰ ਦੇ ਨਾਲ ਹੁੰਦੇ ਸੀ, ਸੁਜਾਨਪੁਰ ਦੇ ਨਾਲ, ਬਾਕੀ ਸਾਡਾ ਸੁਜਾਨਪੁਰ ਹਲਕਾ ਹੁੰਦਾ ਸੀ। 2007 ਤੋਂ ਬਾਅਦ ਜਿਹੜਾ ਇਲੈਕਸ਼ਨ ਹੋਇਆ, ਜਿਹੜਾ ਸਾਡਾ ਪਠਾਨਕੋਟ ਤੋਂ ਕੱਟ ਕੇ ਜਿਹੜਾ ਇਕੱਲਾ ਧਾਰ ਬਲਾਕ ਦੇ ਵਿੱਚ ਜਿਹੜੀਆਂ 80 ਪੰਚਾਇਤਾਂ ਹੋ ਗਈ ਔਰ ਸੁਜਾਨਪੁਰ ਦੇ ਨਾਲ ਜੁੜ ਕੇ ਟੋਟਲ ਪੰਚਾਇਤਾਂ, ਜਿਹਦੇ ਵਿੱਚ ਸਾਡਾ ਵੋਟ ਬੈਂਕ ਜਿਹੜਾ 80 ਪੰਚਾਇਤਾਂ 55,000 ਵੋਟ। ਮੈਂ ਬਹੁਤ ਟਾਈਮ ਤੋਂ ਰਘੁਨਾਥ ਸਾਹਿਬ ਪੁਰੀ ਜੀ ਨਾਲ, ਆਪਣੇ ਡਾਕਟਰ ਆਸ਼ੀਕ ਕੁਮਾਰ ਨਾਲ ਔਰ ਆਪਣੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਡੇ ਸੁਨੀਲ ਜਾਖੜ ਜੀ ਔਰ ਜਿਹੜੇ ਛੋਟੇ ਜਿੰਨੇ ਲੈਵਲ ਦੇ ਸਾਰਿਆਂ ਦੇ ਨਾਲ ਵਰਕ ਨਾਲ ਆਪਾਂ ਕੰਮ ਕੀਤਾ ਔਰ ਪਿੱਛੇ ਹੋ ਕੇ ਕੰਮ ਕੀਤਾ। ਮੈਂ ਇੱਕ ਉਪਲਬਧੀ ਦੱਸਣਾ, ਮੈਂ ਮੈਡਮ ਭਿੰਡਰ ਨਾਲ, ਉਹਨਾਂ ਨਾਲ ਵੀ ਕੰਮ ਕੀਤਾ। ਉਦੋਂ ਮੇਰੀ 22-23 ਸਾਲ ਦੀ ਉਮਰ ਸੀ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਸੇਵਾ ਕਾਂਗਰਸ ਪਾਰਟੀ ਦੀ ਕਰ ਰਹੇ ਔਰ ਹਮੇਸ਼ਾ ਸਾਡੀ ਜਿਹੜੀ ਜਿੱਤ ਹੁੰਦੀ ਸੀ। ਕੁਝ ਟਾਈਮ ਇਹੋ ਜਿਹਾ ਆ ਗਿਆ ਹੁਣ ਜਿਹੜਾ ਅੱਜ ਦੀ ਡੇਟ 'ਚ ਜਿਹੜਾ ਟਾਈਮ ਹੈ, ਜਿਹੜਾ 15 ਸਾਲ ਜਿਹੜਾ ਆਉਣ ਦਾ ਕਾਰਨ ਇਹ ਹੈਗਾ, ਸਾਡੇ ਜਿਹੜੇ ਨੇਤਾ ਜਿਹੜੇ ਮਤਲਬ ਤੁਸੀਂ ਕਹਿੰਦੇ ਹਾਈ ਅਥਾਰਟੀ ਬੈਠੇ, ਤਾਂ ਹਾਈ ਅਥਾਰਟੀ ਜਿਹੜੀ ਨਾ, ਉਹ ਦੇਖੇ ਵੀ ਯਾਰ ਜਿਹੜੀ ਗਰਾਊਂਡ ਲੈਵਲ ਹੈ, ਜਿਹੜਾ ਵਰਕਰ ਕੰਮ ਕਰ ਰਿਹਾ, ਉਹਨੂੰ ਜਿਹੜਾ ਮਤਲਬ ਚੁੱਕਣਾ ਚਾਹੀਦਾ, ਉਹਨੂੰ ਟਿਕਟ ਦੇਣੀ ਚਾਹੀਦੀ ਹੈ। ਅਸੀਂ ਕੀ ਕਰਦੇ ਹਾਂ, ਕੱਲ ਦੂਜੀ ਪਾਰਟੀਆਂ ਲੋਕ ਆਉਂਦੇ, ਉਹਨੂੰ ਆਉਂਦੇ ਟਿਕਟ ਦੇ ਦਿੰਦੇ ਆ, ਨਾ ਉਹਨੂੰ ਲੋਕੀ ਜਾਣਦੇ, ਨਾ ਉਹਨੂੰ ਕੰਮ ਦਾ ਪਤਾ, ਨਾ ਕੋਈ ਤਜਰਬਾ ਹੁੰਦਾ। ਇਸ ਕਰਕੇ ਉਹਦਾ ਫਾਇਦਾ ਜਿਹੜਾ BJP ਜਿਹੜੀ ਚੁੱਕ ਰਹੀ ਹੈ। ਤੇ BJP 15 ਸਾਲ ਤੋਂ ਫਾਇਦਾ ਚੁੱਕ ਰਹੀ ਹੈ। ਕਿਹੜੇ ਐਸੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਧਾਰ ਬਲਾਕ ਜਾਂ ਹਲਕਾ ਸੁਜਾਨਪੁਰ ਦੇ ਵਿੱਚ ਲੋੜ ਹੈ ਪਰ ਕੋਈ ਉਹਨਾਂ ਨੂੰ ਹੱਥ ਨਹੀਂ ਲਾ ਰਿਹਾ? ਦੇਖੋ ਜੀ, ਸਭ ਤੋਂ ਪਹਿਲੇ ਜਿਹੜਾ ਇਸ ਇਲਾਕੇ ਦਾ ਬੜਾ ਵੱਡਾ ਮਸਲਾ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਦੂਰ ਕਰਨ ਲਈ ਜਿਹੜਾ ਵੀ ਕੋਈ ਨੇਤਾ ਜਿਹੜੇ ਅੱਗੇ ਆਉਂਦਾ ਜਾਂ ਸਾਨੂੰ ਕੋਈ ਟਾਈਮ ਮਿਲਦਾ, ਸਭ ਤੋਂ ਪਹਿਲੇ ਆਪਾਂ ਦੀ ਸਹੇਲੀ ਹੈ, ਉੱਥੇ ਆਪਾਂ ਇੰਡਸਟਰੀ ਲਿਆਵਾਂਗੇ। ਇੰਡਸਟਰੀ ਲਿਆ ਕੇ ਤੇ ਉੱਥੇ ਜਿੰਨੇ ਵੀ ਚਾਹੇ ਉਹ ਕਿਸੇ ਵੀ ਮਤਲਬ ਇੰਪਲਾਈ ਦਾ, ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਉੱਥੇ ਕੰਮ ਮਿਲੇਗਾ। ਤੇ ਦੂਜਾ, ਸਾਡੇ ਇਲਾਕੇ ਦੇ ਵਿੱਚ ਬੜੀ ਵੱਡੀ ਜਿਹੜੀ ਸਮੱਸਿਆ ਲੈ ਚਲੀ ਹੈ, ਰਣਜੀਤ ਸਾਗਰ ਡੈਮ ਉਹ 2 ਪ੍ਰੋਜੈਕਟ ਬਣ ਰਹੇ ਨੇ। ਦੋਨਾਂ ਪ੍ਰੋਜੈਕਟਾਂ ਦੇ ਅੰਦਰ ਅਸੀਂ ਇੰਨਾ ਸੰਘਰਸ਼ 300-400 ਬੰਦੇ ਨੂੰ ਇੰਪਲਾਈ ਜਿਹੜਾ ਮੈਂ ਦਵਾਇਆ, ਉਹਦੇ 'ਚ ਕਿਸੇ ਸਰਕਾਰ ਦਾ ਔਰ ਉਦੋਂ ਸਰਕਾਰ ਵੀ ਆਪੋਜੀਸ਼ਨ ਹੁੰਦੀ ਤਾਂ ਸਾਡੇ ਉੱਤੇ ਕਾਫੀ ਪਰਚੀਆਂ ਦੀ ਮਤਲਬ ਬਹੁਤ ਜ਼ਿਆਦਾ ਮਤਲਬ ਸਾਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ, ਬੈਕਫੁੱਟ ਤੇ ਕਰਨ ਦੀ ਕੋਸ਼ਿਸ਼। ਬੈਕਫੁੱਟ ਤੇ ਚਾਹੇ ਸਾਡੇ ਕੁਝ ਆਪਣੇ ਨੇਤਾ ਵੀ ਸੀਗੇ ਤੇ BJP ਦਾ ਤਾਂ ਚਲੋ ਫਰਜ਼ ਬਣਦਾ ਹੈ। ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ 16 ਦੇ ਵਿੱਚ ਮੇਰੇ ਘਰ ਦੇ BJP ਸਰਕਾਰ ਸੀਗੀ। ਸਵੇਰੇ 6:30 ਵਜੇ 8 ਪੁਲਿਸ ਵਾਲੇ, ਮੈਂ ਕੋਈ ਪਤਾ ਨਹੀਂ ਇਲਾਕੇ ਦਾ ਕਿੱਡਾ ਗੁੰਡਾ ਹੁੰਦਾ ਜਾਂ ਮੈਂ ਕੀ ਹੈ, ਮੇਰਾ ਪੂਰਾ ਘੇਰਾ ਪਾ ਕੇ ਤੇ ਉਹਦੇ BJP ਸਰਕਾਰ ਸੀ। ਉਹ ਕਹਿੰਦੇ ਵੀ ਪਰਚਾ ਕਰਨਾ ਹੀ ਕਰਨਾ, ਮਤਲਬ ਲੇਡੀ ਦੀ ਗਲਤ ਮੇਰੇ ਤੇ ਉਹ ਲਾ ਕੇ ਦੋਸ਼ ਲਾ ਕੇ, ਮਤਲਬ ਇਦਾਂ ਦੀ ਜਾਇਜ਼ੀਆਂ। ਮੇਰਾ ਕਹਿੰਦਾ ਮਤਲਬ ਧੱਕੇ ਅਸੀਂ ਆਪੋਜੀਸ਼ਨ ਦੇ ਸਹਿਨੇ ਆ ਤੇ ਟਿਕਟਾਂ ਕੋਈ ਹੋਰ ਲੈ ਜਾਂਦਾ, ਮਲਾਈਆਂ ਕੋਈ ਹੋਰ ਖਾ ਜਾਂਦਾ। ਉਹ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਤੁਹਾਨੂੰ ਜਿਹੜਾ ਪ੍ਰੈਸ਼ਰ ਦੇ ਤਹਿਤ ਸਾਡੇ ਹੀ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ ਵੀ ਇਸ ਇਲਾਕੇ ਦੇ ਵਿੱਚੋਂ ਜਿਹੜਾ ਕਾਂਗਰਸ ਨਾਲ ਇਹ ਸੰਬੰਧਿਤ ਪਰਿਵਾਰ ਹੈ, ਅਗਰ ਆਪਾਂ ਇਹਨੂੰ ਧਾਰ ਬਲਾਕ ਖਤਮ ਕਰ ਦਈਏ ਤੇ ਕਾਂਗਰਸ ਜਿਹੜੀ ਸਮਾਪਤ ਹੋ ਜਾਏਗੀ। ਪਰ ਅਸੀਂ ਕਦੀ ਵੀ ਅਜੇ ਤੱਕ ਪਿੱਛੇ ਨਹੀਂ ਹਟੇ। ਜੇ ਕਿਸੇ ਸਾਡੇ ਲੀਡਰ ਨੇ ਹੱਥ ਸਾਡੇ ਤੇ ਰੱਖਿਆ ਜਾਂ ਨਹੀਂ ਰੱਖਿਆ, ਆਪਾਂ ਆਪਣੇ ਦਮ ਤੇ ਵੀ ਲੜੇ। ਔਰ ਮੈਂ ਬੜੀ ਛੋਟੀ ਏਜ ਦੇ ਵਿੱਚੋਂ ਮੈਂਬਰ ਦੇ ਇਲੈਕਸ਼ਨ ਤੋਂ ਲੈ ਕੇ ਸੰਮਤੀ ਇਲੈਕਸ਼ਨ 6 ਇਲੈਕਸ਼ਨ ਜਿਹੜੇ ਅਸੀਂ ਜਿੱਤ ਚੁੱਕੇ ਹਾਂ। ਅੱਜ ਦੇ ਡੇਟ 'ਚ ਵੀ ਮੈਂ ਸੰਮਤੀ ਮੈਂਬਰ ਹਾਂ, ਮੇਰੀ ਘਰ ਵਾਲੀ ਸਰਪੰਚ ਹੈ। ਲੋਕਾਂ ਨਾਲ ਸਾਡਾ ਬਹੁਤ ਤਾਲਮੇਲ ਅੱਛਾ ਆ, ਲੋਕਾਂ ਦੇ ਵਿਚਰਦੇ ਆ ਤੇ ਜਿਹੜਾ ਆਪੋਜੀਸ਼ਨ ਜਿਹੜੇ ਮੇਰੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਨਹੀਂ ਪੁੱਛਦਾ। ਤੁਸੀਂ ਗੱਲ ਕੀਤੀ ਕਿ ਕਿਸ ਤਰ੍ਹਾਂ ਤੁਹਾਨੂੰ ਜਿਹੜਾ ਉਹ ਦਬਾਇਆ ਗਿਆ। ਜੇ ਹੁਣ ਅਸੀਂ ਗੱਲ ਕਰੀਏ, ਤੁਸੀਂ ਬੜੇ ਇਲੈਕਸ਼ਨ, ਤੁਸੀਂ ਜਿਸ ਤਰ੍ਹਾਂ ਕਿ ਦੱਸਿਆ 6 ਤੁਸੀਂ ਅਹੁਦੇ ਜਿਹੜੇ ਆ ਤੁਸੀਂ ਜਿੱਤੇ ਨੇ, 6 ਇਲੈਕਸ਼ਨ ਤੁਸੀਂ ਜਿੱਤੇ ਨੇ ਵੱਖ-ਵੱਖ ਅਹੁਦਿਆਂ ਦੇ ਉੱਤੇ। ਇਸ ਵੇਲੇ ਤੁਹਾਡਾ ਕੀ ਮੂਡ ਹੈ, ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਵਰਕਿੰਗ ਕਰਦੇ ਹੋ ਕਾਂਗਰਸ ਪਾਰਟੀ ਦੇ ਨਾਲ,
ਕੀ ਹਾਲਾਤ ਤੁਸੀਂ ਦੇਖੇ ਨੇ ਧਾਰ ਬਲਾਕ ਦੇ, ਔਰ ਇਸ ਵੇਲੇ ਤੁਹਾਡੇ ਮਨ 'ਚ ਕੀ ਚੱਲ ਰਿਹਾ ਜੇ ਅਸੀਂ ਰਾਜਨੀਤੀ ਦੀ ਗੱਲ ਕਰੀਏ? ਦੇਖੋ ਰਾਜਨੀਤੀ 'ਚ ਮੈਂ ਬਿਲਕੁਲ ਇਲੈਕਸ਼ਨ ਲੜਾਂਗਾ ਜੀ, ਕਿਉਂਕਿ 28 ਸਾਲ ਮੈਨੂੰ ਕਾਂਗਰਸ ਪਾਰਟੀ 'ਚ ਹੋ ਗਏ ਨੇ। ਉਹ 28 ਸਾਲ ਦੀ ਸੇਵਾ ਦੇ ਆਧਾਰ ਤੇ ਮੰਨਿਆ ਜਾਏ, ਇਲਾਕੇ ਦੇ ਵਿੱਚ ਨਾਂ ਹੈਗਾ ਸਾਡਾ, ਅਸੀਂ ਸਾਰੇ ਮਿਨਿਸਟਰਾਂ ਨਾਲ ਕੰਮ ਕੀਤਾ, ਬੱਚਾ ਸਾਨੂੰ ਇਲਾਕੇ ਦਾ ਜਾਣਦਾ ਹੈ, ਔਰ ਇਹ ਵੀ ਜਾਣਦਾ ਹੈ ਬਲਕਾਰ ਸਿੰਘ ਪਠਾਨੀਆ ਜਿਹੜਾ ਕੰਮ ਕਰ ਸਕਦਾ ਹੈ, ਔਰ ਕੰਮ ਵੀ ਲੋਕਾਂ ਨੂੰ ਇੰਨਾ ਕੁ ਪਛਾਣ ਦੇਵਾਂਗੇ ਵੀ ਵਿਕਾਸ ਇੱਕ ਨੰਬਰ ਦਾ ਕਰਾਵਾਂਗੇ। ਸਾਰੀਆਂ ਸੜਕਾਂ, ਗਲੀਆਂ, ਨਾਲੀਆਂ ਜੋ ਵੀ ਹੁੰਦੇ ਇਹ ਤੇ ਆਲਰੇਡੀ ਚੱਲ ਰਿਹਾ। ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਪਈ ਹੈ ਬਹੁਤ ਜ਼ਿਆਦਾ ਜਿਹੜੀ ਬੇਰੁਜ਼ਗਾਰੀ ਹੈ, ਇਹ ਇਲਾਕੇ ਦੇ ਵਿੱਚ ਜਿੱਦਾਂ ਸਾਡੇ ਪ੍ਰੋਜੈਕਟ ਬਣ ਰਹੇ, ਸਰਕਾਰ ਕੋਈ ਇਸ ਤਰ੍ਹਾਂ ਦੇ ਇੱਧਰ ਇੰਡਸਟਰੀ ਵਗੈਰਾ ਜਾਂ ਕੋਈ ਲੋਕਾਂ ਨੂੰ ਖੜਾਵਾਂਗੇ ਤੇ ਜਿਹੜਾ ਲੋਕਾਂ ਨੂੰ ਰੁਜ਼ਗਾਰ ਮਿਲੇ। ਰਾਣੀ ਸਾਹਿਬ ਤੁਸੀਂ ਗੱਲ ਕੀਤੀ ਇਲੈਕਸ਼ਨ ਲੜਨ ਦੀ, ਇਹ ਤੇ ਕਲੀਅਰ ਹੋ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਵੱਲੋਂ ਇਸ ਵਾਰੀ ਦਾਅਵੇਦਾਰੀ ਰੱਖੋਗੇ। ਬਹੁਤ ਸਾਰੇ ਨੇਤਾ ਨੇ, ਜੇ ਗੱਲ ਸੁਜਾਨਪੁਰ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਪੂਰੇ ਪੰਜਾਬ ਤੋਂ ਇਲਾਵਾ, ਸੁਜਾਨਪੁਰ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਕਿਤੇ ਹੋਰ ਕੋਈ ਹਲਕਾ ਐਸਾ ਹੋਗਾ ਜਿੱਥੇ ਇੰਨੇ ਦਾਅਵੇਦਾਰੀਆਂ ਹੋਣਗੀਆਂ। ਇੰਨੀਆਂ ਦਾਅਵੇਦਾਰੀਆਂ ਹੋਣ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਮਜ਼ਬੂਤ ਮੰਨਦੇ ਹੋ ਕਿ ਜਿਹੜੀ ਹਾਈ ਕਮਾਂਡ ਹੈ ਤੁਹਾਡੇ ਧਿਆਨ ਦੇਗੀ? ਦੇਖੋ ਜੀ, ਮੈਂ ਚਾਹੁੰਦਾ ਨਾ ਵੀ ਹਾਈ ਕਮਾਂਡ ਸਾਰਿਆਂ ਦਾ ਬਾਇਓਡਾਟਾ ਲੈ, ਬਾਇਓਡਾਟਾ ਲੈ ਵੀ ਯਾਰ ਕੰਮ ਇਲਾਕੇ ਦੇ ਵਿੱਚ ਕਿਹੜਾ ਬੰਦਾ ਕਰ ਰਿਹਾ, ਉਹ ਕਿੰਨੀ ਦੇਰ ਤੋਂ ਕਰ ਰਿਹਾ, ਤੋਂ ਕਿਦਾਂ ਪਾਰਟੀਆਂ ਨਾਲ ਕਰ ਰਿਹਾ, ਪ੍ਰੋਗਰੈਸ ਕੀ ਰਹੀ ਹੈ, ਪ੍ਰੋਗਰੈਸ ਕੀ ਹੈ। ਪਹਿਲੇ ਉਹ ਦੇਖੋ ਵੀ ਕਦੀ ਮੈਂਬਰਾਂ ਦੇ ਚੁਣਾਵ ਵੀ ਜਿੱਤੇ ਨੇ, ਉਹਨਾਂ ਕਦੀ ਸਰਪੰਚਾਂ ਦੇ ਵੀ ਜਿੱਤੇ, ਕਦੀ ਸਮਤੀਆਂ ਦੇ ਵੀ ਜਿੱਤੇ, ਕਦੀ ਜ਼ਿਲ੍ਹਿਆਂ ਦੇ ਵੀ ਜਿੱਤੇ ਨੇ। ਉਹ ਸਿੱਧਾ ਹੀ ਜਿਹੜਾ 6 ਮਹੀਨੇ ਤੋਂ ਜੁਆਇਨ ਕਰਦਾ ਕਾਂਗਰਸ ਪਾਰਟੀ, ਪਰਸੋਂ ਟਿਕਟ ਮੰਗਣਾ ਸ਼ੁਰੂ। ਅਸੀਂ ਸਾਰੀ ਉਮਰ ਕੁਰਸੀਆਂ ਚੁੱਕਣ ਤੇ ਬੋਰੀਆਂ ਚੁੱਕਣ ਨੂੰ ਰੱਖੇ। मतलब कि इस बार तुसी पूरा मूड बनाया, और जिस तरह कि तुसी दस्सिया कि गल भी सही है कि बहुत सारे चुनाव तुसी जिते ने, सरपंची दे होण, मैंबरी दे होण, ब्लॉक समिति होवे या जिला परिषद दे होण, तुसी बहुत सारे जिते ने। लगदा की है कि इस बारी किन्ने को लोग जिहड़े, क्योंकि धार ब्लॉक दी जे असीं खास करके गल करिए, भावें वो MP सनी देओल होवे या 15 साल तो BJP राज करदी होवे, धार ब्लॉक ने जिहड़ा खुल के वोटां दित्तियां ने। ਤੇ ਇਸ ਵਾਰ ਧਾਰ ਬਲਾਕ ਨੂੰ ਕੀ ਲੱਗਦਾ ਕਿ ਦੁਬਾਰਾ ਬੀਜੇਪੀ ਨੂੰ ਵੋਟਾਂ ਨਾ ਪੈ ਜਾਣ? ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਬੜੀ ਵੱਡੀ ਸਾਡੀ ਜਿਹੜੀ ਆਪਣੀ ਕਾਂਗਰਸ ਪਾਰਟੀ ਦੀ ਸਮਝ ਲਓ ਭੁੱਲ ਹੈਗੀ ਹੈ। ਧਾਰ ਬਲਾਕ ਨੂੰ ਜਿਹੜਾ ਨਾ ਅੱਜ ਤੱਕ ਕੋਈ ਵੀ ਨੁਮਾਇੰਦਗੀ ਨਹੀਂ ਦਿੱਤੀ ਗਈ, ਕਿਉਂਕਿ ਜੇਕਰ ਤੁਸੀਂ ਚੇਅਰਮੈਨਾਂ ਦੀ ਗੱਲ ਲੈ ਲਓ, ਚਾਹੇ PPC ਦੇ ਮੈਂਬਰਾਂ ਦੀ ਗੱਲ ਲੈ ਲਓ, ਚਾਹੇ ਹੋਰ ਕੋਈ ਗੱਲ ਲਓ, ਜਿੱਥੇ 55,000 ਵੋਟ ਹੈ, ਕਿਉਂ ਇਹਨਾਂ ਨੂੰ ਕੋਈ ਨੁਮਾਇੰਦਾ ਨਹੀਂ ਚਾਹੀਦਾ? ਉਹਦਾ ਮੇਨ ਕਾਰਨ ਹੈਗਾ BJP ਉੱਥੇ ਨੁਮਾਇੰਦੇ ਦਿੰਦੀ ਹੈ, ਉੱਥੇ ਚੇਅਰਮੈਨ ਦਿੰਦੀ ਹੈ, ਉੱਥੇ ਅਹੁਦੇ ਦਿੰਦੀ ਹੈ। ਜਿਹੜਾ ਵੋਟ ਬੈਂਕ ਖਿਸਕਣ ਦਾ ਮੇਨ ਕਾਰਨ ਇਹ ਹੈਗਾ, ਔਰ ਧਾਰ ਬਲਾਕ ਦੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ। ਇਹ ਜਗਿਆਲ ਤੋਂ ਅੱਗੇ ਕਿਤੇ ਟੱਪਦੇ ਨਹੀਂ, ਸੁਜਾਨਪੁਰ ਤੋਂ ਅੱਗੇ ਤੇ ਮਨਵਾਲ ਤੋਂ ਅੱਗੇ, ਯਾਰ ਅੱਗੇ ਵੀ ਕੋਈ ਪਬਲਿਕ ਵਸਦੀ ਹੈ। 55,000 ਵੋਟ ਆ, 55,000 ਵੋਟ ਕੋ ਥੋੜਾ 80 ਪੰਚਾਇਤਾਂ ਦੇ ਵਿੱਚ ਅਗਰ ਸਾਡੇ ਕਿਸੇ ਵੀ ਜਿਹੜਾ ਕਾਂਗਰਸੀ ਨੂੰ ਵਧੀਆ ਨੂੰ ਟਿਕਟ ਮਿਲਦੀ ਹੈ, ਚਾਹੇ ਸਾਨੂੰ ਮਿਲਦੀ ਹੈ, ਅਸੀਂ ਇਹਨਾਂ ਲੋਕਾਂ ਨੂੰ ਖਾਸ ਕਰਕੇ ਉਹਲੇ ਨਾ ਕਾਂਗਰਸ BJP ਨਹੀਂ ਦੇਖਣੀ, ਉਹਲੇ ਬਲਕਾਰ ਪਠਾਨੀਆ ਦੇਖਣਾ ਇਹਨਾਂ ਲੋਕਾਂ ਨੇ ਧਾਰ ਬਲਾਕ ਦੇ, ਔਰ ਡਨ ਚੁਣਾਵ ਜਿੱਤ ਕੇ ਦੇਵਾਂਗੇ ਅਗਰ ਪਾਰਟੀ ਸਾਡੇ ਤੇ ਹੱਥ ਰੱਖਦੀ। ਤੁਸੀਂ ਗੱਲ ਕੀਤੀ ਧਾਰ ਬਲਾਕ ਦੀ ਕਿ 55,000 ਵੋਟ ਹੈ, ਔਰ ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਰਿਹਾ ਹੈ। ਪਰ ਜੇ ਅਸੀਂ ਸੜਕਾਂ ਦੀ ਗੱਲ ਕਰੀਏ, ਜੇ ਅਸੀਂ ਮੁੱਢਲੀਆਂ ਸਹੂਲਤਾਂ ਦੀ ਗੱਲ ਕਰੀਏ, ਅੱਜ ਵੀ ਜਦੋਂ ਗਰਮੀ ਜ਼ਿਆਦਾ ਪੈਂਦੀ ਹੈ ਤੇ ਧਾਰ ਬਲਾਕ ਦੇ ਲੋਕਾਂ ਦੇ ਜਿਹੜੇ ਪਾਣੀ ਵਾਲੇ ਭਾਂਡੇ ਆ ਸੜਕਾਂ 'ਤੇ ਆ ਜਾਂਦੇ ਆ, ਕਿਉਂਕਿ ਪੀਣ ਵਾਲਾ ਪਾਣੀ ਨਹੀਂ ਹੈ। ਜੇ ਅਸੀਂ ਸੜਕਾਂ ਦੀ ਗੱਲ ਕਰੀਏ ਤੇ ਸਾਰੇ ਰੋਡ ਜਿੰਨਾ ਵੀ ਲਿੰਕ ਰੋਡਸ ਨੇ ਜਾਂ ਮੇਨ ਰੋਡ ਨੇ, ਜਿਹੜਾ ਮੇਨ ਰੋਡ ਹੈ ਚੰਬੇ ਵਾਲਾ, ਡਲਹੌਜ਼ੀ ਵਾਲਾ, ਇਹ ਸਾਰੇ ਖਸਤਾ ਹਾਲਾਤ ਨੇ। 15 ਸਾਲ ਦੇ ਵਿੱਚ BJP ਨੇ ਧਿਆਨ ਨਹੀਂ ਦਿੱਤਾ, ਜਾਂ ਫਿਰ ਉਹਨਾਂ ਨੂੰ ਪਤਾ ਕਿ ਇਹ ਲੋਕਾਂ ਨੇ ਵੋਟਾਂ ਸਾਨੂੰ ਪਾਣੀਆਂ, ਚਾਹੇ ਅਸੀਂ ਕੰਮ ਕਰਾਈਏ ਜਾਂ ਨਾ ਕਰਾਈਏ। ਸੜਕਾਂ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਮੈਂ ਤੁਸੀਂ 2 ਪੁਆਇੰਟ ਪੁੱਛੇ, ਸੜਕਾਂ ਦੇ ਬਾਰੇ ਪੁੱਛਿਆ ਕਿ ਪਾਣੀ ਦੇ ਬਾਰੇ ਪੁੱਛਿਆ ਜੀ। ਸੜਕਾਂ ਦੇ 17 ਸਾਲ ਤੋਂ ਜਿਹੜੇ ਸਾਡੇ ਬੱਬੂ ਜੀ ਇੱਥੇ ਵਿਧਾਇਕ ਸੀਗੇ, ਇਹ ਜਵਾਬ ਵੈਸੇ ਉਹਨਾਂ ਦਾ ਬਣਦਾ। ਅੱਜ ਦੀ ਡੇਟ 'ਚ ਵੀ ਉਹੀ ਜਿਹੜੇ ਇੱਥੇ ਨੁਮਾਇੰਦਗੀ ਕਰ ਰਹੇ ਨੇ, ਕਿਉਂਕਿ ਉਸ ਬੰਦੇ ਨੇ ਕੋਈ ਧਿਆਨ ਨਹੀਂ ਦਿੱਤਾ, ਨਾ ਸੜਕਾਂ ਪਾਸੇ, ਨਾ ਆਪਣੇ ਬੇਰੁਜ਼ਗਾਰੀ ਪਾਸੇ ਦਿੱਤਾ। ਸਿਰਫ ਉਹਨਾਂ ਡਿਵੈਲਪਮੈਂਟ ਹੋਈ ਹੈ, ਸਿਰਫ ਉਹਨਾਂ ਦੀ ਪਰਸਨਲ ਹੋਈ ਹੈ, ਕੁਝ ਲੈਂਡ ਮਾਫੀਆ ਹੋ ਗਏ, ਕੋਈ ਮਾਲ ਮਾਫੀ, ਸਾਰੇ ਮਾਫੀਆ ਦੇ ਜਿਹੜੇ ਲੋਕ ਹਨ ਉਧਰ ਹੀ ਡਿਵੈਲਪਮੈਂਟ ਹੋਈ ਹੈ। ਅਦਰ ਮੇਰਾ ਪਿੰਡ ਦੀਆਂ ਸੜਕਾਂ ਜਿਹੜੀਆਂ ਵੀ ਜਿਹੜੇ 17 ਸਾਲ ਤੋਂ ਬਾਅਦ ਬਣ ਗਈਆਂ, ਜਦੋਂ ਸਾਡੇ ਜਾਖੜ ਸਾਹਿਬ MP ਸੀਗੇ, ਅਸੀਂ ਸਪੈਸ਼ਲ ਧਾਰ ਬਲਾਕ ਨੂੰ ਸੁਜਾਨਪੁਰ ਬਲਾਕ ਦੀਆਂ ਜਿੰਨੀਆਂ ਵੀ ਸੜਕਾਂ ਉਹ ਸਾਰੀਆਂ ਪਾਸ ਕਰਾਈਆਂ। ਉਹ ਕੁਝ ਟਾਈਮ ਕਰਕੇ ਜਿਹੜਾ ਨਾ ਪਿਛੇ ਲਾਕਡਾਊਨ ਸੀ, ਉਹਦੇ ਕਰੋਨਾ ਕਰਕੇ ਲੇਟ ਹੋਈਆਂ। ਅੱਜ ਦੀ ਡੇਟ ਜਿਹੜੀ ਜਿੰਨੀ ਵੀ ਲਿੰਕ ਸੜਕਾਂ ਸਾਰੀਆਂ ਬਣ ਗਈਆਂ। ਔਰ ਜਿਹੜੀ ਪਾਣੀ ਦੀ ਗੱਲ, ਸਾਡੇ ਪਿੱਛੇ ਸਰਕਾਰ ਸੀਗੀ BJP ਦੇ 15-10 ਸਾਲ ਅਕਾਲੀ ਭਾਜਪਾ ਸੀਗੀ, ਪ੍ਰੋਜੈਕਟ ਜ਼ਰੂਰ ਲਗਾਏ, ਪਰ ਪ੍ਰੋਜੈਕਟ ਜਿਹੜੇ ਉਹ ਸਾਰੇ ਫੇਲ ਹੈਗੇ। ਇਸ ਕਰਕੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਆ ਰਹੀ। ਅਗਰ ਸਾਡਾ ਕੋਈ ਧਾਰ ਬਲਾਕ ਦਾ ਨੁਮਾਇੰਦਾ ਬਣਦਾ ਕਿ ਉਹਨੂੰ ਪਹਿਲ ਦੇ ਆਧਾਰ ਤੇ ਦਰਦ ਹੋਗੀ, ਮੇਰੀ ਸੜਕਾਂ ਨਹੀਂ ਹੈਗੇ, ਮੇਰੇ ਪਾਣੀ ਨਹੀਂ ਹੈਗਾ, ਮੇਰਾ ਬਿਜਲੀ ਨਹੀਂ ਹੈਗਾ, ਮੇਰੇ ਇਲਾਕੇ ਦੇ ਲੋਕ ਜਿਹੜੇ ਬੇਰੁਜ਼ਗਾਰ ਹੈਗੇ, ਇਹਨਾਂ ਨੂੰ ਮੈਂ ਕਿਹੜੀ ਪਹਿਲ ਦੀ ਜਿਹੜੀ ਫੈਸਿਲਿਟੀ ਲਿਆ ਕੇ ਇੱਥੋਂ ਦਾ MLA ਬਣਦਾ ਹੈ। ਤੁਸੀਂ ਬੱਬੂ ਹੋਰਾਂ ਦਾ ਜ਼ਿਕਰ ਕੀਤਾ, ਮੌਜੂਦਾ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਸ ਵੇਲੇ MLA ਨੇ,
ਉਹਨਾਂ ਦਾ ਤੁਸੀਂ ਉਹਨਾਂ ਦਾ ਕਿਹਾ ਕਿ ਪਰਸਨਲ ਤੁਸੀਂ ਕਿਹਾ ਕਿ ਉਹਨਾਂ ਨੇ ਆਪਣਾ ਵਿਕਾਸ ਕੀਤਾ, ਪਰ ਉਹਨਾਂ ਦਾ ਇਹ ਕਹਿਣਾ ਕਿ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਇਆ, ਉਹਨਾਂ ਦਾ ਕਹਿਣਾ ਮੈਂ ਲੀਚੀ ਜ਼ੋਨ ਬਣਾਇਆ, ਉਹਨਾਂ ਦਾ ਕਹਿਣਾ ਮੈਂ ਨਿਆੜੀ ਕਾਲਜ ਦਿੱਤਾ, ਜੋ ਕਿ ਰਾਜਨੀਤੀ ਬੜੀ ਗਰਮ ਰਹੀ ਉਸ ਮੁੱਦੇ ਨੂੰ ਲੈ ਕੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਇੱਕ ਤੁਸੀਂ ਲੀਚੀ ਜ਼ੋਨ ਦੇ ਬਾਰੇ ਪੁੱਛੀ, ਪਰ ਡਿਵੈਲਪਮੈਂਟ ਬੜੀ ਕੀਤੀ ਹੈ, ਇੱਕ ਨਿਆੜੀ ਕਾਲਜ ਦੀ ਕੀਤੀ। ਯਾਰ ਛੋਟੇ ਛੋਟੇ ਕੰਮ ਹੈ, ਲੀਚੀ ਜ਼ੋਨ ਸਾਰੇ ਲੋਕਾਂ ਥੋੜੀ ਲਗਾਇਆ, ਲੀਚੀ ਜ਼ੋਨ ਤਾਂ ਲਾਇਆ ਚੰਦ ਬੰਦਿਆਂ ਜਿਹੜੇ ਤਕੜੇ ਲੋਕ ਹੈ ਜਿਹਨਾਂ ਦੀ ਪੈਲੀ, ਮੇਰੀ ਪੈਲੀ ਨਹੀਂ ਹੈਗੀ ਤੇ ਮੈਂ ਲੀਚੀ ਜ਼ੋਨ ਕਿੱਥੇ ਲਾ ਲੈਣਾ। ਰਹੀ ਨਿਆੜੀ ਕਾਲਜ ਦੀ ਗੱਲ, ਨਿਆੜੀ ਕਾਲਜ 10 ਸਾਲ ਤੋਂ ਕਈ ਵਾਰੀ ਪੱਥਰ ਬਦਲ ਕੇ ਰਿਹਾ, ਇਹ ਛੋਟਾ ਜਿਹਾ ਕਾਲਜ ਹੈ, ਤੂੰ ਮਿਨਿਸਟਰ ਰਿਹਾ, ਤੂੰ ਐਡਾ ਵੱਡਾ ਡਿਪਟੀ ਸਪੀਕਰ ਰਿਹਾ, 3 ਲੱਖ ਤੇਰੇ ਵਾਸਤੇ ਇੱਕ ਨਿਆੜੀ ਕਾਲਜ ਹੀ, ਹੋਰ ਕੁਝ ਨਹੀਂ ਹੈਗਾ। ਤੂੰ ਲੋਕਾਂ ਲਈ ਇੱਥੇ ਗੱਲ ਕਾਲਜ ਖੋਲਦਾ, ਤੂੰ ਇੱਥੇ ਕਾਲਜ ਤਗੜੇ ਖੋਲਦਾ, ਬੱਚਿਆਂ ਨੂੰ ਰੁਜ਼ਗਾਰ ਦਿੰਦਾ, ਤੇ ਮੰਨਦੇ ਇੰਡਸਟਰੀ ਲਿਆਂਦੇ, ਕੋਈ ਚੀਜ਼ ਲਿਆਂਦੇ, ਫਿਰ ਤੈਨੂੰ ਮੰਨਦੇ। ਤੇ ਇੱਕ ਨਿਆੜੀ ਕਾਲਜ ਕਹਿੰਦਾ ਮੈਂ ਉਹ ਨਿਆੜੀ ਕਾਲਜ ਅੱਜ ਕੰਮ ਲੱਗਿਆ, ਕਾਂਗਰਸ ਪਾਰਟੀ ਦੀ ਦੇਣ ਆ, ਕਾਂਗਰਸ ਪਾਰਟੀ ਨੇ ਹੀ ਪੈਸਾ ਦਿੱਤਾ ਸਾਰਾ। ਉਹਨਾਂ ਦਾ ਇਹ ਵੀ ਕਹਿਣਾ ਕਿ ਮਤਲਬ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕਾਂਗਰਸ ਦੇ ਵਿੱਚ ਲੜਾਈ ਰਹੇਗੀ, ਕਾਂਗਰਸ ਦਫਾੜ ਰਹੇਗੀ, ਭਾਰਤੀ ਜਨਤਾ ਪਾਰਟੀ ਨੂੰ ਕੋਈ ਨਹੀਂ ਹਰਾ ਸਕਦਾ। ਇਸ ਵਾਰ ਕੀ ਮੋੜ ਹੈ? ਦੇਖੋ ਜੀ, ਪਹਿਲਾ ਨੰਬਰ ਬੱਬੂ ਜੀ ਨੂੰ ਇਸ ਵਾਰੀ ਕਿਸੇ ਨੇ ਬਿਲਕੁਲ ਵੋਟ ਨਹੀਂ ਪਾਉਣਾ, ਰਿਐਲਿਟੀ ਹੈ। 15 ਸਾਲ ਦਾ ਕੰਮ ਹੈ, ਅਗਰ ਜੇ 15 ਸਾਲ ਦੇ ਵਿੱਚ ਬੱਚਾ ਸਕੂਲ ਜਾਏਗਾ ਤੇ ਉਹਨੂੰ ਨੰਬਰ ਮਿਲਣਗੇ, ਉਹ ਜਦੋਂ ਸਕੂਲ ਨਹੀਂ ਜਾਣਾ ਉਹਨੂੰ ਨੰਬਰ ਕਿੱਥੋਂ ਮਿਲਣੇ ਨੇ? ਦੂਜਾ ਨੰਬਰ ਰਹੀ ਲੜਾਈ ਦੀ ਗੱਲ, ਅਗਰ ਪਾਰਟੀ ਸਾਡੀ ਲੋਕਲ ਨੇਤਾ ਨੂੰ ਟਿਕਟ ਦਿੰਦੀ ਹੈ, ਸਾਡੀ ਕੋਈ ਲੜਾਈ ਨਹੀਂ। ਹਰ ਕੋਈ ਹਵਾਈ ਨੇਤਾ ਤਵਾਰਦੀ ਤੇ ਉਹ ਤੇ ਫਿਰ ਬਲਕਾਰ ਸਿੰਘ ਤੇ ਹੋਰ ਵੀ ਮੇਰੇ ਵਰਗੇ ਕਈ ਤਿਆਰ ਹੋ ਜਾਣਗੇ ਵੀ ਜਦੋਂ ਹਵਾਈ ਦੇ ਨਾਲ ਸੇਵਾ ਕਰਨ ਇਲਾਕੇ ਦੇ ਅਸੀਂ ਹੈਗੇ ਆ, ਜੁੱਤੀਆਂ ਖਾਣ ਨੂੰ ਅਸੀਂ ਹੈਗੇ ਆ, ਕੰਮ ਕਰਨ ਨੂੰ ਅਸੀਂ ਹੈਗੇ ਆ, ਪਰਚੇ ਕਰਾਉਣ ਨੂੰ ਆਪੋਜੀਸ਼ਨ ਦੇ ਅਸੀਂ ਹੈਗੇ ਆ, ਤੇ ਟਿਕਟ ਕਿਸੇ ਨੂੰ ਹੋਰ ਦੇ ਤੇ ਉਹ ਤੇ ਫਿਰ ਆਪ ਹਾਈ ਕਮਾਂਡ ਦੇਖੀ। ਮੇਰਾ ਹੁਣ ਆਖਰੀ ਸਵਾਲ ਹੈ, ਕਾਫੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਧਾਰ ਬਲਾਕ ਦੇ ਬਾਰੇ, ਲੰਬਾ ਚੌੜਾ ਤੁਹਾਡਾ ਤਜਰਬਾ ਰਿਹਾ ਕਿ ਇਸ ਵਾਰ ਤੁਸੀਂ ਵੋਟਰ ਨੂੰ ਕੀ ਕਹਿਣਾ ਚਾਹੁੰਦੇ ਹੋ, ਚਾਹੇ ਯੂਥ ਹੈ, ਚਾਹੇ ਜਿਹੜਾ ਬਜ਼ੁਰਗ ਵਰਗ ਉਹ ਹੈ, ਜਾਂ ਜਿਹੜੇ ਨੌਜਵਾਨ ਨੇ, ਯੂਥ ਹੈ ਜਿਹੜਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਸੋਚ ਸਮਝ ਕੇ ਇਸ ਵਾਰ ਵੋਟਿੰਗ ਹੋਵੇ? ਮੈਂ ਸਭ ਤੋਂ ਪਹਿਲੇ ਆਪਣੀਆਂ ਭੈਣਾਂ ਨੂੰ ਔਰ ਇਹ ਮੈਸੇਜ ਦੇਣਾ ਚਾਹਾਂਗਾ ਵੀ ਬਲਕਾਰ ਤੁਹਾਡੇ ਇਲਾਕੇ ਦਾ ਇੱਕ ਬੱਚਾ ਹੈ, ਤੁਹਾਡਾ ਭਰਾ ਹੈ, ਔਰ ਬਜ਼ੁਰਗਾਂ ਨੂੰ ਵੀ ਤੇ ਨਾਲ ਯੂਥ ਨੂੰ ਵੀ ਯੂਥ ਨਾਲ ਵੀ ਮਿਲਦਾ ਤੇ ਭੈਣਾਂ ਨਾਲ ਵੀ ਤੇ ਬਜ਼ੁਰਗਾਂ ਦੇ ਨਾਲ ਵੀ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਬਲਕਾਰ ਸਿੰਘ ਪਠਾਨੀਆ ਦੇ ਆਸ਼ੀਰਵਾਦ ਰੱਖਿਓ। ਤੁਸੀਂ ਬਲਕਾਰ ਸਿੰਘ ਪਠਾਨੀਆ ਨੂੰ ਦੇਖ ਲਿਆ, ਇਲਾਕੇ ਦੀ ਸੇਵਾ ਕਰਦੇ, ਇਲਾਕੇ ਦਾ ਕੰਮ ਕਰਦੇ, ਔਰ ਇਹ ਵੀ ਦੇਖਣਾ ਜਿੰਨੇ ਵੀ ਇਹ ਦਅਵੇਦਾਰ ਨੇ ਉਹਨਾਂ ਚੋਂ ਬਲਕਾਰ ਸਿੰਘ ਪਠਾਨੀਆ ਦਾ ਕੰਮ ਕਰਨ ਦਾ ਅਲੱਗ ਹੀ ਇੱਕ ਪ੍ਰੋਫੈਸ਼ਨ ਹੈ, ਔਰ ਕੰਮ ਕਰ ਰਿਹਾ। ਜੋ ਜਿਹੜੀ ਕਿਸੇ ਨਾਲ ਆਪਾਂ ਜ਼ਬਾਨ ਕਰਦੇ ਹਾਂ ਉਹ ਕੰਮ ਕਰਕੇ ਛੱਡਦੇ ਹਾਂ। ਮੈਂ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਲਕਾਰ ਸਿੰਘ ਪਠਾਨੀਆ ਨੂੰ ਧਿਆਨ ਰੱਖੇ। ਅਗਰ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿਓਗੇ, ਆਪਾਂ ਖੁੱਲ੍ਹ ਕੇ ਸੇਵਾ ਕਰਾਂਗੇ। ਰਾਣੀ ਸਾਹਿਬ, ਤੁਸੀਂ ਜਿਹੜਾ ਤੁਹਾਡਾ ਇਤਿਹਾਸ ਰਿਹਾ ਪਾਰਟੀ ਦੇ ਨਾਲ ਵਰਕਿੰਗ ਕਰਨ ਦਾ, ਕਦੋਂ ਤੋਂ ਤੁਸੀਂ ਕਿਹੜੇ ਕਿਹੜੇ ਅਹੁਦੇ ਤੇ ਤੁਸੀਂ ਰਹੇ ਹੋ, ਮਾੜਾ ਜਿਹਾ ਤਫਸੀਲ ਨਾਲ ਦੱਸੋ। ਮੈਂ 28 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਜੀ। ਸਭ ਤੋਂ ਪਹਿਲੇ ਮੈਂ ਆਪਣੇ ਸਾਡਾ ਡਿਸਟ੍ਰਿਕਟ ਇਕੱਠਾ ਹੁੰਦਾ ਜੀ, ਉਦੋਂ ਗੁਰਦਾਸਪੁਰ ਜੀ, ਠੀਕ ਹੈ ਜੀ। ਮੈਂ ਜਨਰਲ ਸੈਕਟਰੀ ਰਿਹਾ ਦਾ, ਇਹ ਮੇਰੇ ਕੋਲ ਪੂਰਾ ਪ੍ਰੂਫ ਹੈ। ਉਦੋਂ ਰਘੁਨਾਥ ਸਾਹਿਬ ਪੂਰੀ ਨਾਲ ਮੈਂ ਕੰਮ ਕੀਤਾ ਤੇ ਜ਼ਿਲ੍ਹਾ ਜਨਰਲ ਸੈਕਟਰੀ। ਇਹ 2002 ਦੀ ਗੱਲ ਹੈ ਜੀ? 2002 ਦੀ ਗੱਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਮੈਂ ਸੰਮਤੀ ਮੈਂਬਰ ਬਣਿਆ। ਸੰਮਤੀ ਮੈਂਬਰ ਮੈਂ ਇਹ 2003 ਚ ਬਣਿਆ। ਅੱਛਾ, 2003 ਚ ਮੈਂ ਸੰਮਤੀ ਮੈਂਬਰ, ਸੰਮਤੀ ਦੇ ਮੈਂਬਰ ਵੀ ਰਹੇ, ਸੰਮਤੀ ਮੈਂਬਰ ਰਿਹਾ ਜੀ। ਉਸ ਤੋਂ ਬਾਅਦ ਮੈਂ ਮੁੜ ਕੇ ਸੰਮਤੀ ਮੈਂਬਰ ਰਿਹਾ। ਅੱਛਾ, ਲਗਾਤਾਰ 2 ਟਰਮ ਜੀ। ਫਿਰ ਮੈਂ ਬਲਾਕ ਦਾ ਪ੍ਰਧਾਨ ਬਣਿਆ 2007 ਦੇ ਵਿੱਚ। 2007 ਚ ਧਾਰ ਬਲਾਕ ਦੇ ਜੀ। ਉਸ ਤੋਂ ਬਾਅਦ ਮੈਂ ਕੱਢੀ ਪ੍ਰੋਜੈਕਟ ਸਾਡੇ ਇਲਾਕੇ ਆ, ਉਹਦਾ ਮੈਂ ਚੇਅਰਮੈਨ ਰਿਹਾ, ਲੋਕਾਂ ਦੇ ਵਿਕਾਸ ਕੀਤਾ। ਉਸ ਤੋਂ ਬਾਅਦ ਮੈਂ ਜੀ ਹੁਣ ਮੈਂ ਜਿਹੜਾ ਬਲਾਕ ਸੰਮਤੀ ਮੌਜੂਦਾ ਜ਼ਿਲ੍ਹੇ ਬਲਾਕ ਸੰਮਤੀ ਹੈ, ਜਿਹੜਾ ਮੈਨੂੰ ਇਹ ਦਿੱਤਾ ਹੈ ਬਲਾਕ ਸੰਮਤੀ ਮੈਂਬਰ ਜੀ। ਇਹ ਮੇਰੇ ਆਫਿਸ 'ਚ ਲੱਗਿਆ, ਜਿਹੜਾ ਮੈਂ ਡਿਸਟ੍ਰਿਕਟ ਦਾ ਵਾਈਸ ਪ੍ਰਧਾਨ ਰਿਹਾ, ਸਾਹਮਣੇ ਲੱਗਿਆ ਜੀ। ਚਾਹੁੰਦੇ ਉਹਦੀ ਉੱਥੇ ਮਾਰ ਸਕਦੇ। ਉਸ ਤੋਂ ਬਾਅਦ ਮੇਰੀ ਘਰ ਵਾਲੀ ਜਿਹੜੀ ਇਲੇ ਮੌਕੇ ਦੇ ਸਰਪੰਚ, ਪਿੰਡ ਕਿਹੜਾ ਜੀ? ਕੋਟ ਪਿੰਡ ਦੀ। ਅੱਛਾ, ਪਿੰਡ ਕੋਟ ਤੋਂ ਜਿਹੜੇ ਸਰਪੰਚ ਨੇ ਮੌਕੇ ਦੀ ਨਾ ਮੌਜੂਦਾ ਮੇਰੇ ਮਿਸੀ ਨੇ ਮੈਨੂੰ ਪਠਾਣੀ ਦੀ ਇਲੇ ਸਰਪੰਚ ਜੀ। ਔਰ ਮੈਂ ਜੂਤ ਦਾ ਇਹ ਵੀ ਪੈਦਾ ਮੇਰੇ ਕੋਲ, ਇਹ ਵੀ ਬਹੁਤ ਪੁਰਾਣਾ ਹੈ ਜੀ। ਜੂਤ ਦਾ ਮੈਂ ਜਿਹੜਾ ਨਾ ਬਲਾਕ ਪ੍ਰਧਾਨ ਰਿਹਾ ਪਿੰਡ ਦਾ ਜੀ।
ਇਹ 1994 ਦਾ 1994 ਦਾ ਜੀ। ਮਤਲਬ ਇਹਨਾਂ ਨਾਲ ਮੈਂ ਬਹੁਤ ਕਾਫੀ ਮੇਰੇ ਕੋਲ ਜਿਹੜੇ ਅਜੇ ਜਿਹਨੂੰ ਪੇ ਨੇ ਕੁਝ ਮੈਨੂੰ ਡਾਕੂਮੈਂਟ ਨਹੀਂ ਮਿਲ ਸਕੇ। ਔਰ ਆਪਾਂ ਇੰਨੇ ਪੁਰਾਣੇ ਪਾਰਟੀ ਦੇ ਅੰਦਰ ਕੰਮ ਕਰੇ। ਮੈਂ ਰਾਹੁਲ ਗਾਂਧੀ ਅੱਗੇ ਬੇਨਤੀ ਕਰਨਾ, ਪ੍ਰਿੰਕਾ ਗਾਂਧੀ ਅੱਗੇ, ਸੋਨੀਆ ਗਾਂਧੀ ਜੀ ਅੱਗੇ, ਕੈਪਟਨ ਅਮਰਿੰਦਰ ਸਿੰਘ ਅੱਗੇ, ਆਪਣਾ ਜਾਖੜ ਜੀ ਔਰ ਪ੍ਰਧਾਨ ਸਿੱਧੂ ਜੀ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਇੰਨੇ ਪੁਰਾਣੇ ਤੁਹਾਡੇ ਵਰਕਰ ਬੈਠੇ ਨੇ। ਮੇਰਾ ਬਚਪਨ ਸੀਗਾ, ਅੱਜ ਮੇਰੀ 51 ਸਾਲ ਉਮਰ ਹੋ ਗਈ ਹੈ ਤੇ ਮੈਂ ਪਾਰਟੀ ਸੇਵਾ ਕਰਕੇ ਸਾਨੂੰ ਅਜੇ ਤੱਕ ਕੋਈ ਅਹੁਦਾ ਨਹੀਂ ਮਿਲਿਆ। ਜਦੋਂ ਕਿਸੇ ਵਰਕਰ ਨੂੰ ਅਹੁਦਾ ਨਹੀਂ ਮਿਲਦਾ, ਜਿਹੜਾ ਉਹਦਾ ਵਰਕਰ ਦਾ ਜਿਹੜਾ ਮਨੋਬਲ ਡਾਊਨ ਹੁੰਦਾ। ਇਸ ਕਰਕੇ ਇਸ ਚੀਜ਼ ਦਾ ਬਾਇਓਡਾਟਾ ਲੈ ਕੇ ਜਿਹੜੇ ਵੀ ਤੁਸੀਂ ਆਉਣ ਵਾਲੇ ਟਾਈਮ 'ਚ ਆਪਣੇ ਵਿਧਾਨ ਸਭਾ ਦੇ ਚੁਣਾਵ ਨੇ ਉਹਦੇ 'ਤੇ ਦੇਖੋ ਬਾਇਓਡਾਟਾ ਵਿੱਚ ਕਿਹੜਾ ਬੰਦਾ ਕਿੰਨੇ ਕੰਮ ਕੀਤਾ। ਛੜਾ ਇਹ ਨਹੀਂ ਹੋਵੇ ਕਿਸੇ ਕੋਲ ਛੜੇ ਪੈਸੇ ਹੈਗੇ ਉਹਨੂੰ ਤੁਸੀਂ ਟਿਕਟ ਦੇ ਦਿੰਦੇ ਹੋ ਤੇ ਉਹ ਬੰਦਾ ਜਿੱਤਦਾ ਨਹੀਂ, ਉਹ ਹਰ ਵਾਰੀ ਹਾਰ ਜਾਂਦਾ। ਟਿਕਟ ਦੀ ਦੇਖੋ, ਟਿਕਟ ਇਦਾਂ ਵੀ ਜਿੱਤੀ ਜਾਂਦੀ ਹੈ। ਲੋਕੀ ਵੋਟ ਜੇ ਆਪਾਂ ਇਲੈਕਸ਼ਨ ਜਿੱਤਨੇ, ਅਸੀਂ ਕਦੀ ਕਿਤੇ ਕਿਸੇ ਨੂੰ ਪੈਸਾ ਨਹੀਂ ਦਿੱਤਾ। ਇਦਾਂ ਹੀ ਜਿਹੜਾ ਆਪਾਂ ਪਿਆਰ ਕਰਦੇ ਵੀ ਕੋਈ ਵੀ ਆਸਾਂ ਕਿ ਕਿਸੇ ਨੂੰ ਦੇ ਕੇ ਜਾਂ ਕੋਈ ਤੁਹਾਨੂੰ ਪਿਆਰ ਨਾਲ ਵੋਟ ਇਲੈਕਸ਼ਨ ਜਿੱਤਾ। ਇੱਕ ਪਾਸੇ ਬੱਬੂ ਐਮਐਲਏ ਹੁੰਦਾ ਸੀ ਮੇਰੇ ਨਾਲ, ਮੈਨੂੰ ਰਾਣ 'ਚ, ਦੂਜੇ ਪਾਸੇ ਮੈਂ ਬਰਾਬਰ ਪਿੰਡਾਂ 'ਚ ਆਪਾਂ ਹਰ ਪਿੰਡ 'ਚ ਇਲੈਕਸ਼ਨ ਜਿੱਤ ਕੇ ਜ਼ਿਲ੍ਹਾ ਪਰਿਸ਼ਦ ਜਿੱਤ ਕੇ ਦਿੱਤਾ, ਸੰਮਤੀ ਦਾ ਜਿੱਤ ਕੇ ਦਿੱਤਾ, ਸਰਪੰਚੀ ਦਾ ਦਿੱਤਾ ਤੇ ਇਸ ਕਰਕੇ ਉਹਨਾਂ ਨੂੰ ਪਿਆਰ ਕਰਦੇ ਨੇ ਲੋਕ ਤੇ ਉਹ ਲੋਕਾਂ ਦਾ ਅਸੀਂ ਸਦਾ ਹੀ ਕੰਮ ਕਰਦੇ ਹਾਂ ਜੀ। ਪਟਾਣੀ ਸਾਹਿਬ ਪਿਛਲੀ ਵਾਰੀ ਇੱਕ ਗੱਲ ਅਸੀਂ ਸੁਣੀ ਸੀ ਕਿ ਬਲਾਕ ਸੰਮਤੀ ਦਾ ਤੁਸੀਂ ਚੇਅਰਮੈਨ ਬਣ ਰਹੇ ਸੀ ਔਰ 19-21 ਤੋਂ ਤੁਸੀਂ ਰਹਿ ਗਏ ਸੀ। ਕੀ ਕਾਰਨ ਸੀਗਾ, ਕੀ ਉੱਥੇ ષੜਯੰਤਰ ਸੀਗਾ? ਦੇਖੋ ਸਜੰਤਰ ਬੀਜੇਪੀ ਦਾ ਸੀਗਾ ਤੇ ਕਾਂਗਰਸ ਸੀਗਾ। ਕਾਂਗਰਸ ਪਾਰਟੀ ਚਾਹੁੰਦੀ ਸੀ ਜੇ ਅਗਰ ਬਲਕਾਰ ਸਿੰਘ ਚੇਅਰਮੈਨ ਬਣ ਜਾਂਦਾ ਤੇ ਸਾਡੇ ਲਈ ਜਿਹੜਾ ਰੋੜਾ ਖੜਾ ਹੋ ਜਾਣਾ। ਮਤਲਬ ਲੋਕਾਂ ਜਿਹੜੇ ਨੁਮਾਇੰਦੇ ਉਹਨਾਂ ਦੀ ਗੱਲ ਕਰ ਰਹੇ ਹੋ? ਹਾਂ, ਲੋਕ ਨੁਮਾਇੰਦੇ। ਉਹਨਾਂ ਕੀ ਕੀਤਾ, ਸਾਡੇ ਸੀਗੇ 8 ਤੇ ਬੀਜੇਪੀ ਸੀਗੇ 7। ਉਹਨਾਂ ਕੀ ਕੀਤਾ, 2 ਜਿਹੜੇ ਵਿੱਚੋਂ ਆਪਣੇ ਮੈਂਬਰ ਚੁੱਕ ਕੇ ਕਿਤੇ ਬਿਠਾ ਲਏ ਤੇ ਬਲਕਾਰ ਸਿੰਘ ਕੋਲ ਨਹੀਂ ਪੂਰੇ ਹੋ ਸਕੇ। ਇਸ ਕਰਕੇ ਉਹਨਾਂ ਦਾ ਬਲਕਾਰ ਸਿੰਘ ਚੇਅਰ ਬਣ ਜਾਏਗਾ ਤਾਂ ਸਾਡੇ ਲਈ ਨਾ ਅਗਲੇ ਧਾਰ ਬਲਾਕ ਜਾ ਕੇ ਦਿੱਕਤ ਹੋਏਗੀ। ਪਰ ਸਾਡੇ ਵਰਗਾ ਕਿਤੇ ਇਲਾਕੇ ਦਾ ਚੇਅਰਮੈਨ ਬਣਦਾ, ਇਲਾਕੇ ਦੀ ਕਾਇਆ ਕਲਪੁਰ ਕਾਂਗਰਸ ਪਾਰਟੀ ਉੱਤੇ ਲੈ ਕੇ ਜਾ ਦਿੰਦੀ, 1 ਨੰਬਰ ਤੇ ਪਹੁੰਚਾ ਦਿੰਦੀ ਸੀ। ਇੱਕ ਮੈਂ ਥੋੜਾ ਜਿਹਾ ਚੁੱਭਣ ਵਾਲਾ ਸਵਾਲ ਜ਼ਰੂਰ ਕਰਾਂਗਾ ਕਿ ਲੋਕਾਂ ਦਾ ਕਹਿਣਾ ਹੁੰਦਾ ਕਿ ਲੋਕਾਂ ਦਾ ਇਹ ਕਹਿਣਾ ਅਕਸਰ ਸਾਨੂੰ ਹੁੰਦਾ ਕਿ ਯਾਰ ਜਦੋਂ ਇਲੈਕਸ਼ਨ ਹੁੰਦੇ ਨੇ, ਕੋਈ ਵੀ ਕਿਸੇ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਨੇ, ਉਹ ਨਵੇਂ ਲੀਡਰ ਬੜੇ ਆ ਜਾਂਦੇ ਆ ਔਰ ਕਹਿੰਦੇ ਕਿ ਅਸੀਂ ਪਾਰਟੀ ਦੇ ਨਾਲ ਆ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਇਲਾਕੇ ਦੀ ਨੁਹਾਰ ਬਦਲ ਦਾਂਗੇ। ਤੁਹਾਡਾ ਕੀ ਕਹਿਣਾ ਇਸ ਬਾਰੇ? ਤੁਹਾਡਾ ਕੀ ਕਹਿਣਾ ਕਿ ਇਲੈਕਸ਼ਨਾਂ ਨੂੰ ਕਿਉਂ ਜਾਗਦੇ ਨੇ ਤਮਾਮ? ਮੈਨੂੰ ਇਹ ਹਾਸਾ ਵੀ ਆਉਂਦਾ ਕਿ ਕਹਿੰਦੇ ਬਰਸਾਤ ਆਉਂਦੀ ਹੈ, ਕਹਿੰਦੇ ਉਹਦੇ ਕਈ ਜਾਨਵਰ ਆ ਜਾਂਦੇ ਨੇ। ਜਦੋਂ ਤੋਂ ਦੇਖ ਲਓ ਬਰਸਾਤੀ ਜਿਹਨਾਂ ਨੂੰ ਤੁਸੀਂ ਕਹਿੰਦੇ ਵੀ ਕਈ ਪ੍ਰਵਾਸੀ ਪੰਛੀ ਕਹਿੰਦੇ ਕਿ ਬਰਸਾਤੀ ਡੱਡੂ ਵੀ ਕਹਿੰਦੇ 3-4 ਜਿਹੜੀਆਂ ਨਾ ਉਹ ਕਿਸਮਾਂ ਹੈਗੀਆਂ ਉਹ ਆ ਜਾਂਦੇ, ਉਹ ਜਿਹੜੇ ਬਾਗਾਂ ਦੇ ਗੱਲ ਪਟਵਾਰੀ ਬੜਾ ਕੁਛ ਆ ਜਾਂਦਾ। ਪਰ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਸਾਡਾ ਮੌਕੇ ਤੇ ਸੇਵਾ ਇਲਾਕੇ ਦੀ ਕਰ ਰਿਹਾ, ਮੌਕੇ ਤੇ ਕਰ ਰਿਹਾ। ਕਈ ਆਂਦੇ ਇੱਥੇ, ਕਈ ਲੋਕਾਂ ਨੂੰ ਸਾਰਿਆਂ ਨੂੰ ਚੇਅਰ ਮਿਲ ਗਈਆਂ, ਕੋਈ ਨੂੰ ਕੁਛ ਮਿਲ ਗਿਆ ਪਾਰਟੀ ਦੇ ਤੇ ਉਹਨਾਂ ਦਾ ਮੈਨੂੰ ਲੱਗਦਾ ਨੇ ਤੁਕ ਨਹੀਂ ਬੰਦਾ। ਜਿਹੜੇ ਬੰਦਿਆਂ ਨੂੰ ਕੁਝ ਅੱਜ ਤੱਕ ਨਹੀਂ ਮਿਲਿਆ ਉਹਨਾਂ ਨੂੰ ਪਾਰਟੀ ਅੱਗੇ ਕਰਨ ਤੇ ਪਾਰਟੀ ਦੀ ਸੇਵਾ ਕਰਨ। ਕੋਈ ਕਿੱਡਾ ਵੱਡਾ ਸਾਡਾ ਸੁਝਾਅ ਪੜਾ ਜਿੱਤਣ ਲਈ ਕੋਈ ਬੜੀ ਵੱਡੀ ਗੱਲ ਨਹੀਂ। ਔਰ ਕਾਂਗਰਸ ਪਾਰਟੀ ਦਾ ਵੋਟ ਬੈਂਕ ਵੀ ਜ਼ਿਆਦਾ ਹੈ ਔਰ ਕਾਂਗਰਸ ਪਾਰਟੀ ਨਾਲ ਲੋਕੀ ਪਿਆਰ ਵੀ ਕਰਦੇ। ਬੀਜੇਪੀ ਦਾ ਤੇ ਇੱਥੇ ਹੁੰਦਾ ਕੁਝ ਨਹੀਂ। ਜਦੋਂ ਸਤਪਾਲ ਸੈਣੀ ਹੁੰਦਾ ਸੀ ਤੇ 10,000 ਮਾਤਰ ਵੋਟਾਂ ਨੂੰ ਰਾਣਾ ਸਾਹਿਬ ਪੂਰੀ ਵੋਟ ਦਿੱਤੇ ਸੀਗੇ। ਉਸ ਤੋਂ ਬਾਅਦ ਉਹ ਹਾਰੇ ਵੀ ਹੈ। ਉਹ ਤੋਂ ਬਾਅਦ ਬੱਬੂ 200 ਸਮਥਿੰਗ ਕੁਝ 300 ਸਮਥਿੰਗ ਵੋਟਾਂ ਨਾਲ ਜਿੱਤੇ ਸੀ। ਕੋਈ ਬੜੀ ਵੱਡੀ ਨਹੀਂ ਸੀਗੀ। ਉਹਦਾ ਕਾਰਨ ਹੈ ਮਾੜਾ ਕੈਂਡੀਡੇਟ ਤੌਰ ਨਾਲ ਹਰ ਵਾਰ ਜਿਹੜੀ ਕਾਂਗਰਸ ਹਾਰਦੀ ਹੈ। ਅਗਰ ਧਾਰ ਬਲਾਕ ਚੋਂ ਕੈਂਡੀਡੇਟ ਦਿੰਦੀ ਹੈ ਤੇ ਅਸੀਂ ਬਹੁਤ ਚੜ ਕੇ ਸੇਵਾ ਕਰਾਂਗੇ। ਆਖਰੀ ਸਵਾਲ ਹੈ ਮੇਰਾ ਕਿ ਜੇ ਪਾਰਟੀ ਬਲਕਾਰ ਸਿੰਘ ਪਠਾਨੀਆ ਨੂੰ ਟਿਕਟ ਦਿੰਦੀ ਹੈ ਔਰ ਜਨਤਾ ਪਿਆਰ ਦਿੰਦੀ ਹੈ ਤੇ ਬਲਕਾਰ ਸਿੰਘ ਪਠਾਨੀਆ ਉਰੇ ਜਿੱਤ ਜਾਂਦੇ ਨੇ, ਸੁਜਾਨਪੁਰ ਦੇ ਐਮਐਲਏ ਬਣ ਜਾਂਦੇ ਨੇ, ਸਭ ਤੋਂ ਪਹਿਲਾਂ ਕਿਸ ਕੰਮ ਦੇ ਉੱਤੇ ਨਜ਼ਰ ਹੋਏਗੀ ਕਿ ਸਭ ਤੋਂ ਪਹਿਲਾਂ ਮੈਂ ਉਹ ਹੱਲ ਕਰਾਵਾਂਗਾ? ਜਿਸ ਤਰ੍ਹਾਂ ਕਿ ਸਾਡੇ ਏਰੀਆ ਵਿੱਚ ਇਲੀਗਲ ਮਾਈਨਿੰਗ ਵੀ ਹੈਗੀ ਹੈ, ਕਿਉਂਕਿ ਮਾਈਨਿੰਗ ਬੰਦ ਤੇ ਹੋ ਨਹੀਂ ਸਕਦੀ ਪਰ ਮੈਨੇਜਮੈਂਟ ਹੋ ਸਕਦੀ ਹੈ, ਕਿ ਤਰੀਕੇ ਨਾਲ ਕੀਤੀ ਜਾ ਸਕੇ। ਬੇਰੁਜ਼ਗਾਰੀ ਬਹੁਤ ਹੈ, ਜਾਂ ਫਿਰ ਤੁਸੀਂ ਕਹਿ ਲਓ ਕਿ ਸੜਕਾਂ ਦਾ ਜਿਹੜੀਆਂ ਮੁੱਢਲੀਆਂ ਸਹੂਲਤਾਂ ਲੋਕਾਂ ਨੂੰ ਉਹਦੀ ਕਮੀ ਹੈ। ਸਭ ਤੋਂ ਪਹਿਲਾਂ ਕਿਸ ਕੰਮ ਦੇ ਉੱਤੇ ਤੁਹਾਡੀ ਅੱਖ ਰਹੇਗੀ ਕਿ ਅਗਰ ਮੈਨੂੰ ਤਾਕਤ ਮਿਲਦੀ ਹੈ, ਮੈਨੂੰ ਪਾਵਰ ਮਿਲਦੀ ਹੈ ਤੇ ਮੈਂ ਇਹਦਾ ਹੱਲ ਪਹਿਲਾਂ ਕਰਾਵਾਂਗਾ? ਦੇਖੋ ਜੀ, ਅਗਰ ਮੈਨੂੰ ਕਿਸੇ ਵੀ ਭਗਵਾਨ ਕਰਕੇ ਅਗਰ ਤਾਕਤ ਮਿਲਦੀ ਹੈ, ਸਭ ਤੋਂ ਪਹਿਲਾਂ ਮੈਂ ਬੇਰੁਜ਼ਗਾਰੀ ਦੂਰ ਕਰਾਂਗਾ ਆਪਣੇ ਇਲਾਕੇ। ਦੂਜਾ ਨੰਬਰ ਮੇਰਾ ਜਿਹੜਾ ਔਸਤੀਆਂ ਦਾ ਮਸਲਾ ਵੀਰਾਂ ਦਾ, ਚਾਹੇ ਰਣਜੀਤ ਸਾਗਰ ਚਾਹੇ ਛਾਪਕੰਡੀ ਡੈਮ ਦੇ, ਉਹ ਪਹਿਲ ਦੇ ਆਧਾਰ ਤੇ ਜਿੰਨੇ ਵੀ ਰੁਕੇ ਪਏ ਨੇ ਕੰਮ, ਔਰ ਮੈਂ ਸਰਕਾਰ ਦੇ ਪੂਰੇ ਦਮਖਮ ਨਾਲ ਔਰ ਆਪਣੇ ਦਮਖਮ ਨਾਲ ਪ੍ਰਸ਼ਾਸਨ ਦੇ ਉੱਤੇ ਪੂਰੀ ਨਕੇਲ ਕਸ ਕੇ ਉਹਨਾਂ ਨੂੰ ਰੁਜ਼ਗਾਰ, ਉਹਨਾਂ ਦਾ ਮੁਆਵਜ਼ਾ ਜੋ ਵੀ ਬਣਦਾ। ਰਹੀ ਅਨਲੀਗਲ ਮਾਈਨਿੰਗ ਦੀ ਗੱਲ, ਉਹਦੇ ਵਕਤ ਦਾ ਦੇਖਾਂਗੇ ਜੋ ਸਰਕਾਰ ਕਰੇਗੀ ਉਹਦੇ ਹਿਸਾਬ ਨਾਲ ਗਲਤ ਕਰਾ ਤੇ ਉਹਨਾਂ ਤੇ ਨਕੇਲ ਤੇ ਕਸੂੰਦੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ। ਤੇ ਇਹ ਸਨ ਸਾਡੇ ਨਾਲ ਬਲਕਾਰ ਸਿੰਘ ਪਠਾਨੀਆ, ਕਾਂਗਰਸ ਦੇ ਨੁਮਾਇੰਦੇ ਨੇ, ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਵੱਖ-ਵੱਖ ਅਹੁਦੇ ਦੱਸੇ। ਸਨ 1994 ਦੇ ਉਹ ਪਾਰਟੀ ਦੀ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਵਿੱਚ ਜਿਸ ਤਰ੍ਹਾਂ ਡੱਡੂ ਆਉਂਦੇ ਨੇ, ਕਈ ਲੀਡਰ ਆ ਜਾਂਦੇ ਨੇ, ਪਰ ਪਾਰਟੀ ਵੱਲੋਂ ਟਿਕਟ ਜਾਂ ਪਾਰਟੀ ਵੱਲੋਂ ਅਹੁਦੇ ਉਹਨਾਂ ਨੂੰ ਮਿਲਣੇ ਚਾਹੀਦੇ ਆ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀਆਂ ਕੁਰਸੀਆਂ ਢਾਹ ਰਹੇ ਨੇ ਜਾਂ ਦਰੀਆਂ ਵਿਛਾ ਰਹੇ ਨੇ। ਔਰ ਆਪਣੇ ਜੇ ਉਹਨਾਂ ਦੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਜਿੱਥੇ ਉਹਨਾਂ ਦੀ ਵਾਈਸ ਸਰਪੰਚ ਆ, ਉੱਥੇ ਕਈ ਅਹੁਦਿਆਂ ਤੋਂ ਉਹ ਵੀ ਇਲੈਕਸ਼ਨ ਜਿਹੜੇ ਜਿੱਤੇ ਹੋਏ ਨੇ।